सिमर दोराहा ਦੀ ਪੁਸਤਕ ਸਮਾਨ ਦਾ ਭਾਗ 5 ਨਸ਼ੇ ਤੇ ਲੱਗਣਾ। ਬਸ ਫਿਰ ਜਿੱਦਾਂ ਹੀ ਭੰਗੜੇ ਦਾ ਦੌਰ ਖਤਮ ਹੋਇਆ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸਭ ਕੁਝ ਰੁਕ ਗਿਆ ਸੀ। ਕੁਝ ਕਰਨ ਨੂੰ ਨਹੀਂ ਸੀ ਕਾਲਜ ਜਾਂਦਾ ਤਾਂ ਉੱਥੇ ਵੀ ਬੋਰਿੰਗ। ਭੰਗੜੇ ਵਾਲੇ ਹੁਣ ਯਾਰ ਦੋਸਤਾਂ ਬਣ ਗਏ ਸਨ, ਪਰ ਮੇਰੇ ਮਨ 'ਚ ਕੁਝ ਹੋਰ ਕਰਨ ਦੀ ਤਾਂਘ ਸੀ ਕਿ ਕੀ ਅਲੱਗ ਕੀਤਾ ਜਾਵੇ। ਬਸ ਹੁਣ ਫਿਰ ਕੀ ਸੀ, ਕਿਤਾਬਾਂ ਨਾਲ ਦੁਬਾਰਾ ਤੋਂ ਦੋਸਤੀ ਕਰਨ ਦਾ ਫੈਸਲਾ ਕਰ ਲਿਆ ਤੇ ਕੰਮ ਤੇ ਦੁਬਾਰਾ ਲੱਗਣ ਦਾ। ਕੰਮ ਕਰਨਾ ਮੈਨੂੰ ਹੁਣ ਪੈਣਾ ਹੀ ਸੀ, ਕਿਉਂਕਿ ਹੁਣ ਕੰਮ ਕਰਕੇ ਮੇਰੀ ਜੇਬ 'ਚ ਕੁਝ ਪੈਸੇ ਹੋਣ ਲੱਗੇ ਸੀ ਜੋ ਕੰਮ ਤੋਂ ਬਿਨਾਂ ਮੈਨੂੰ ਕਿਸੇ ਤੋਂ ਮੰਗਣੇ ਪੈਂਦੇ, ਤੇ ਉਹ ਮੈਨੂੰ ਚੰਗਾ ਜਿਹਾ ਨਾ ਲੱਗਦਾ। ਫਿਰ ਕਿਤਾਬਾਂ ਪੜ੍ਹਦੇ ਖਿਆਲ ਆਇਆ ਕਿਉਂ ਨਾ ਕਾਲਜ ਵਿੱਚ ਹੁਣ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਲਿਖੇ ਹੋਏ ਗੀਤ ਸੁਣਾਵਾਂ ਤਾਂ ਮੇਰੀ ਗੱਲਬਾਤ ਹੀ ਹੋਰ ਹੋਏਗੀ। ਕਾਲਜ ਵਿੱਚ ਤੇ ਮਸ਼ਹੂਰ ਵੀ ਹੋ ਜਾਊਂਗਾ ਕਿਉਂਕਿ ਮੈਂ ਲਿਖ ਸਕਦਾ ਸੀ। ਫਿਰ ਇਸੇ ਘੈਂਟ ਬਣਨ ਦੀ ਆਸ 'ਚ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕੰਟੀਨ ਬੈਠਾ ਇੱਕ ਦਿਨ ਕਿਹਾ ਕਿ ਤੁਹਾਨੂੰ ਅੱਜ ਮੈਂ ਆਪਣੇ ਲਿਖੇ ਹੋਏ ਗੀਤ ਸੁਣਾਉਣਾ। ਮੈਨੂੰ ਇੱਦਾਂ ਸੀ ਕਿ ਆਵਾਜ਼ ਤਾਂ ਮੇਰੀ ਹੁਣ ਵਧੀਆ ਹੋ ਹੀ ਗਈ ਸੀ ਬੋਲੀਆਂ ਪਾ ਕੇ, ਤੇ ਜਦੋਂ ਮੈਂ ਆਪਣੀਆਂ ਤਰਜ਼ਾਂ 'ਤੇ ਇਹਨਾਂ ਨੂੰ ਗੀਤ ਸੁਣਾਊਂ ਇਹ ਤਾਂ ਪਾਗਲ ਹੋ ਜਾਣਗੇ ਕਿ ਇਹ ਕੁਝ ਅਲੱਗ ਹੈ ਸਾਡੇ ਸਭ ਤੋਂ। ਇਸ ਲਈ ਅਸੀਂ ਮਾਮੇ ਤੋਂ ਚਾਹ ਮੰਗਾਈ ਤੇ ਮੈਂ ਕਿਹਾ ਤਿਆਰ ਹੋ ਜਾਓ ਬਈ, ਅੱਜ ਤੁਹਾਨੂੰ ਗੀਤ ਸੁਣਾਉਣਾ ਹੈ ਆਪਣੇ ਲਿਖੇ ਹੋਏ। ਤੇ ਫਿਰ ਬਸ ਕੀ ਸੀ, ਸਾਡੇ ਵਾਲਿਆਂ ਨੇ ਤਾਂ ਮੋਬਾਈਲ ਵੀ ਕੱਢ ਲਏ ਤੇ ਵੀਡੀਓ ਬਣਾਈਏ ਕਿ ਅੱਜ ਬੱਬੂ ਕੁਝ ਸਿਰਾ ਕਰਾਉਣ ਲੱਗਿਆ। ਜਦ ਮੈਂ ਆਪਣੇ ਲੇਟੈਸਟ ਲਿਖਿਆ ਗੀਤ ਉਹਨਾਂ ਨੂੰ ਸੁਣਾਏ, ਜਿਹਦੇ ਬੋਲ ਸੀ ਰੱਬਾ ਮੇਰੀ ਮਾਂ ਦਾ ਖਿਆਲ ਰੱਖੀ, ਕੱਲਾ ਛੱਡ ਕੇ ਮੈਂ ਉਹਨੂੰ ਪਰਦੇਸ ਆ ਗਿਆ, ਤਾਂ ਸਭ ਚੁੱਪ ਹੀ ਰਹੇ। ਫਿਰ ਵਿੱਚੋਂ ਦੀ ਇੱਕ ਸਾਡਾ ਸੀਨੀਅਰ ਬੋਲਿਆ, ਉਹਨੇ ਕਿਹਾ ਕੁਝ ਹੋਰ ਸੁਣਾ। ਉਦੋਂ ਤੱਕ ਸਭ ਦੇ ਮੋਬਾਈਲ ਜੇਬਾਂ ਵਿੱਚ ਪੈ ਗਏ ਸਨ। ਫਿਰ ਮੈਂ ਸੁਣਾਇਆ ਕਿ ਮਾਂ ਬੋਲੀ ਦੇ ਤਾਰੇ ਸਦਾ ਅਸਮਾਨੀ ਜਗਦੇ ਰਹਿਣੇ ਨੇ। ਇਹ ਗੀਤ ਸੁਣ ਕੇ ਪਹਿਲਾਂ ਜਿਹੜੇ ਮੇਰੇ ਕੋਲ 15 ਮੁੰਡੇ ਬੈਠੇ ਸੀ ਉਹਨਾਂ 'ਚੋਂ ਹੁਣ 5 ਹੀ ਬਚੇ। ਮੈਂ ਕਿਹਾ ਵੀ ਸੜਾ ਸ਼ਾਇਦ ਇਹ 5 ਆਪਣੇ ਫੈਨ ਹੋ ਗਏ, ਬਾਕੀ ਸਭ ਨੂੰ ਸ਼ਾਇਰੀ ਦੀ ਸਮਝ ਹੀ ਨਹੀਂ। ਇਹਨਾਂ ਨੂੰ ਵੀ ਕੀ ਪਤਾ ਕਿ ਸ਼ਿਵ ਕੀ ਹੈ, ਪਾਸ਼ ਕੀ ਹੈ, ਸਾਹਿਰ ਕਿਵੇਂ ਪਿਆਰ ਨੂੰ ਲਿਖਦਾ। ਪਰ ਹੋਇਆ ਇਸ ਦੇ ਉਲਟ। ਉਹ ਸੀਨੀਅਰ ਜਿਹਨੇ ਦੁਬਾਰਾ ਗਾਉਣ ਨੂੰ ਕਿਹਾ ਸੀ ਕਹਿੰਦਾ, ਯਾਰ ਤੂੰ ਆਪ ਲਿਖਣਾ ਛੱਡ, ਐਵੇਂ ਰੁਲ ਨਾ ਜਾਈਂ, ਕਿਸੇ ਦੇ ਹੀ ਸੁਣਾ ਦਿਆ ਕਰ, ਸ਼ਾਇਦ ਤੂੰ ਬਸ ਬੋਲੀਆਂ ਹੀ ਪਾ ਦਿਆ ਕਰ ਕਿਉਂਕਿ ਉਹਦੀ ਤੇਰੀ ਪ੍ਰੈਕਟਿਸ ਵੀ ਹੈ। ਮੈਂ ਜਮਾ ਸੁੰਨ ਹੋ ਗਿਆ। ਫਿਰ ਮੈਂ ਉਹਨੂੰ ਪੁੱਛਿਆ, ਵੀਰੇ ਕਮੀ ਕਿੱਥੇ ਸੀ? ਉਹ ਹੱਸ ਕੇ ਕਹਿੰਦਾ, ਸਾਲਿਆ ਇੱਦਾਂ ਦੇ ਗੀਤ ਭਿਖਾਰੀ ਗਾਉਂਦੇ ਆ ਬੱਸਾਂ 'ਚ, ਮੰਗਣ ਵਾਲੇ ਵੀ। ਇੱਕ ਤਾਂ ਉਹ ਗਰੀਬ ਹੁੰਦੇ ਆ ਕਿ ਲੋਕੀ ਕਹਿਣ ਕੁਝ ਵਿਚਾਰਾ ਗਰੀਬ ਹੈ, ਕੁਝ ਗੱਲ ਸਿਆਣੀ ਕਰ ਰਿਹਾ ਹੈ। ਕਾਲਜਾਂ ਵਾਲੇ ਨਹੀਂ ਸੁਣਦੇ ਇੱਦਾਂ ਦੇ। ਜੇ ਲਿਖਣਾ ਹੈ ਤਾਂ ਮਸ਼ੂਕਾਂ 'ਤੇ ਲਿਖ, ਕੋਈ ਦਾਰੂ 'ਤੇ ਲਿਖ, ਨਸ਼ੇ ਪੱਤੇ 'ਤੇ ਲਿਖ। ਮੈਂ ਚੁੱਪ ਕਰ ਗਿਆ। ਸਾਰੇ ਮੁੜ ਕੇ ਮੇਰੇ ਕੋਲੋਂ ਉੱਠ ਕੇ ਚਲੇ ਗਏ। ਮੈਂ ਬਸ ਚੁੱਪ ਵੱਟੀ ਬੈਠਾ ਰਿਹਾ। ਕੋਲ ਚਾਹ ਦਾ ਕੱਪ ਪਿਆ ਸੀ, ਠੰਡਾ ਹੋਇਆ, ਤੇ ਉਹਦੇ ਕੋਲ ਮੈਂ ਬੈਠਾ ਸੀ ਉਸ ਤੋਂ ਵੀ ਜ਼ਿਆਦਾ ਠੰਡਾ ਹੋ ਕੇ। ਫਿਰ ਬਸ ਮੈਂ ਸੋਚਿਆ, ਗੱਲ ਤਾਂ ਬਾਈ ਸਹੀ ਕਹਿ ਕੇ ਗਿਆ ਕਿ ਇਹ ਸਿਆਣੇ ਜੇ ਗਾਣੇ ਕਾਲਜ ਵਾਲੇ ਕਿਉਂ ਸੁਣਨਗੇ। ਬੰਦਾ ਉਹੀ ਸੁਣਨਾ ਪਸੰਦ ਕਰਦਾ ਜੋ ਉਹਨੂੰ ਲੱਗੇ ਕਿ ਉਹਦੇ ਨਾਲ ਹੋਇਆ। ਜਿਵੇਂ ਕਿ ਮੈਨੂੰ ਸ਼ਾਇਰੀ ਮਾਨ ਸੁਣ ਕੇ ਇੱਦਾਂ ਲੱਗਿਆ ਕਰਦਾ ਸੀ ਕਿ ਇਹ ਤਾਂ ਮੇਰੇ ਲਈ ਹੀ ਗਾ ਰਿਹਾ। ਫਿਰ ਮੈਂ ਸੋਚਿਆ ਅੱਜ ਤੋਂ ਗੀਤ ਉਹੋ ਜਿਹਾ ਹੀ ਲਿਖਣਾ ਜਿਹੜਾ ਸਭ ਨੂੰ ਸੁਣ ਕੇ ਇੱਦਾਂ ਦਾ ਲੱਗਿਆ ਕਰੇ ਬਈ ਸਾਡੇ ਤੇ ਹੀ ਹੈ ਇਹ ਤਾਂ। ਫਿਰ ਕੀ ਸੀ, ਉਸ ਦਿਨ ਪਤਾ ਲੱਗਿਆ ਕਿ ਸ਼ਿਵ ਜਾਂ ਪਾਸ ਵਾਂਗੂ ਲਿਖ ਕੇ ਚੜ੍ਹਾਈ ਨਹੀਂ ਹੋਣੀ। ਆਪਣੀ ਕਵਿਤਾ ਤੇ ਗੀਤਾਂ 'ਚ ਫਰਕ ਹੁੰਦਾ ਹੈ। ਬਸ ਕਿਤਾਬ ਨੂੰ ਸ਼ੌਂਕ ਲਈ ਪੜ੍ਹ ਕੇ ਗੀਤ ਉਹੋ ਜਿਹੇ ਲਿਖੇ ਜੋ ਸਭ ਨਾਲ ਲੱਗਦੇ ਹੋਣ। ਫਿਰ ਕੀ ਸੀ, ਕੰਮ ਤੇ ਗਿਆ ਤੇ ਗੀਤ ਸੁਣੀ ਗਿਆ ਧਿਆਨ ਨਾਲ ਜਿਹੜੇ ਸਪੀਕਰਾਂ ਤੇ ਚੱਲਦੇ ਸੀ। ਫਿਰ ਦੁਬਾਰਾ ਉਹੀ ਖਿਆਲ ਆਇਆ ਕਿ ਇਹਦੇ 'ਚ ਕੋਈ ਔਖਾ ਸ਼ਬਦ ਨਹੀਂ ਵਰਤਿਆ ਕਿਤੇ। ਸੌਖੇ ਸ਼ਬਦਾਂ ਵਾਲੇ ਗੀਤ ਛੇਤੀ ਪੱਲੇ ਪੈਂਦੇ ਆ ਲੋਕਾਂ ਦੇ। ਪਰ ਕਿਹਨੂੰ ਪਤਾ ਸੀ ਕਿ ਇਹ ਗਲਤੀ ਨਹੀਂ ਕਰਨੀ ਚਾਹੀਦੀ। ਇਹ ਸੋਚ ਕੇ ਬਹੁਤ ਚੰਗਾ ਲਿਖਣ ਵਾਲੇ ਵੀ ਆਪਣੀ ਲਿਖਣੀ ਦਾ ਮਿਆਰ ਥੱਲੇ ਸੁੱਟ ਲੈਂਦੇ ਆ, ਤੇ ਉਹ ਮੈਂ ਵੀ ਕੀਤਾ। ਮੈਂ ਉਸੇ ਦਿਨ ਪਹਿਲਾਂ ਸੋਚਿਆ ਕਿ ਅੱਜ ਕੋਈ ਗੀਤ ਲਿਖਦੇ ਆ ਜੋ ਸਭ ਨੂੰ ਪਸੰਦ ਆਵੇ, ਮੇਰੇ ਯਾਰਾਂ ਦੋਸਤਾਂ ਨੂੰ। ਫਿਰ ਮੈਨੂੰ ਯਾਦ ਆਇਆ ਕਿ ਸ਼ਿਵ ਪੀ ਕੇ ਲਿਖਿਆ ਕਰਦਾ ਸੀ, ਸਾਹਿਰ ਵੀ ਤੇ ਪਾਸ਼ ਵੀ। ਮੈਂ ਕਿਹਾ ਜੇ ਇਹਨਾਂ ਵਾਂਗ ਲਿਖਣਾ ਨਹੀਂ ਤਾਂ ਕੀ, ਇਹਨਾਂ ਜਿੰਨਾ ਮਸ਼ਹੂਰ ਹੋਣ ਲਈ ਤਾਂ ਮੈਨੂੰ ਇਹਨਾਂ ਵਾਂਗ ਜਿਉਣਾ ਵੀ ਪੈਣਾ ਹੈ। ਮੈਂ ਅੱਧੀ ਬੋਤਲ ਪੀ ਕੇ ਲਿਖਣ ਬੈਠ ਗਿਆ। ਫਿਰ ਮੈਂ ਗੀਤ ਲਿਖਿਆ, ਯਾਰ ਤੇਰਾ ਆਦੀਆ ਪੀ ਕੇ ਮੰਜੇ ਤੇ ਸੈੱਟ ਹੋ ਕੇ ਪੈ ਗਿਆ ਨਹੀਂ। ਗੀਤ ਉਹੀ ਲਿਖਿਆ ਜੋ ਮੈਂ ਉਸ ਟਾਈਮ ਮਹਿਸੂਸ ਕਰ ਰਿਹਾ ਸੀ। ਤੇ ਅਗਲੇ ਦਿਨ ਜਦ ਮੈਂ ਦੁਬਾਰਾ ਆਪਣੇ ਯਾਰਾਂ ਦੋਸਤਾਂ 'ਚ ਜਾ ਕੇ ਇਹ ਗੀਤ ਸੁਣਾਇਆ ਤਾਂ ਸਭ ਨੇ ਬਹੁਤ ਸਲਾਹਿਆ। ਇੱਕ ਦੋ ਨੇ ਕਿਹਾ, ਯਾਰ ਬੱਬੂ ਮੋਬਾਈਲ 'ਚ ਰਿਕਾਰਡ ਕਰ ਜਾ ਯਾਰ, ਅਸੀਂ ਵੀ ਪੀ ਕੇ ਸੁਣਿਆ ਕਰਾਂਗੇ। ਮੈਂ ਬਹੁਤ ਹੈਰਾਨ ਸੀ ਕਿ ਇਹ ਲੋਕ ਕੱਲ੍ਹ ਮਾਂ ਵਾਲਾ ਗਾਣਾ ਸੁਣ ਕੇ ਉੱਠ ਕੇ ਚਲੇ ਗਏ ਸਨ ਤੇ ਅੱਜ ਇਹ ਰਿਕਾਰਡ ਕਰ ਰਹੇ ਹਨ ਮੇਰੇ ਹੀ ਗੀਤ ਨੂੰ। ਇਹ ਕਿੱਸਾ ਵੀ ਫਿਰ ਕਦੇ ਸੋਚਿਆ ਹੀ ਨਹੀਂ ਸੀ। ਸ਼ਿਵ ਹੋਣੀ ਜਾਂ ਸਾਹਿਰ ਹੋਣੀ ਨਸ਼ਾ ਕਰਕੇ ਹੀ ਲਿਖਦੇ ਸੀ। ਸਾਲਾ ਜਿਹੜੀ ਚੀਜ਼ ਨਸ਼ਾ ਕਰਕੇ ਬਣੇ ਉਹਦੇ 'ਚ ਅਸਰ ਹੁੰਦਾ। ਆਪਾਂ ਫਿਰ ਕੰਮ 'ਤੇ ਗਏ। ਉਸ ਦਿਨ ਮੈਂ ਫਿਰ ਪੀਤੀ ਤੇ ਉਸ ਦਿਨ ਹੀ ਹਫ਼ਤਾ ਲਗਾਤਾਰ ਪੀਤੀ। ਹੁਣ ਕਈ ਵਾਰ ਕੰਮ 'ਤੇ ਸ਼ਰਾਬੀ ਹੋ ਕੇ ਵੀ ਮੈਂ ਖੜਾ ਹੁੰਦਾ ਸੀ। ਮੈਨੂੰ ਲੱਗਣਾ ਆਪਾਂ ਸ਼ਿਵ ਕੁਮਾਰ ਆ, ਆਪਣਾ ਕੰਮ ਬਸ ਥੋੜ੍ਹੇ ਟਾਈਮ 'ਚ ਦੁਨੀਆ ਨੂੰ ਘੈਂਟ ਲਿਖਤਾਂ ਦੇ ਕੇ ਫਿਰ ਮਰ ਜਾਣਾ ਦਾਰੂ ਪੀ ਕੇ। ਕਿਉਂਕਿ ਜੋਬਨ ਰਿੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ। ਆਹੀ ਤਾਂ ਕਹਿੰਦਾ ਸੀ ਮੇਰਾ ਯਾਰ, ਤੇ ਕੀਤਾ ਵੀ ਉਹਨੇ ਉੱਦਾਂ ਹੀ। ਚੜ੍ਹਾਈ ਅੱਜ ਤੱਕ ਸੀ ਬਾਬੇ ਦੀ, ਯਾਨੀ ਕਿ ਸ਼ਰਾਬ ਬਹੁਤ ਜ਼ਰੂਰੀ ਆ ਲਿਖਣ ਲਈ। ਤੇ ਫਿਰ ਇੱਕ ਦਿਨ ਯਾਰਾਂ ਦੋਸਤਾਂ 'ਚ ਬੈਠਾ ਆਪਣੇ ਠੇਕੇ ਦੀ ਦੁਕਾਨ ਬਾਰੇ ਦੱਸ ਰਿਹਾ ਸੀ, ਯਾਨੀ ਕਿ ਗੀਤ ਸੁਣਾ ਰਿਹਾ ਸੀ।
ਕਿ ਵਿੱਚੋਂ ਇੱਕ ਬੋਲਿਆ, ਬੱਬੂ ਤੂੰ ਤਾਂ ਸਿਰਾ ਹੀ ਲਿਖਦਾ ਯਾਰ। ਬਸ ਬਾਈ ਸਿਰਾ ਹੋ ਜੂ ਕਿਸੇ ਦਿਨ ਸੁਲਫੇ 'ਤੇ। ਲਿਖ ਕੇ ਮੈਂ ਵੀ ਸੋਚਿਆ ਇਹ ਸੁਲਫਾ ਕੀ ਹੁੰਦਾ। ਫਿਰ ਕਿਸੇ ਤੋਂ ਪਤਾ ਲੱਗਿਆ ਕਿ ਸਿਗਰਟ ਵਰਗਾ ਹੁੰਦਾ। ਮੈਂ ਸੋਚਿਆ ਲਿਖ ਦਿੰਨਾ ਅੱਜ ਜਾ ਕੇ। ਤੇ ਫਿਰ ਸਾਹਿਰ ਦਾ ਗਾਣਾ ਯਾਦ ਆ ਗਿਆ, ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ, ਹਰ ਫਿਕਰ ਕੋ ਧੂਏਂ ਮੇਂ ਉਡਾਤਾ ਚਲਾ ਗਿਆ। ਫਿਰ ਉਹਦੀ ਜੀਵਨੀ ਯਾਦ ਆਈ ਅੰਮ੍ਰਿਤਾ ਪ੍ਰੀਤਮ ਦੀ, ਜਿਸ 'ਚੋਂ ਕਹਿੰਦੀ ਹੈ ਕਿ ਮੈਂ ਸਾਹਿਰ ਦੇ ਜਾਣ ਮਗਰੋਂ ਉਸਦੀਆਂ ਸਿਗਰਟਾਂ ਪੀਂਦੀ ਸੀ। ਆਪਾਂ ਕਿਹਾ ਵੀ ਯਾਰ ਬੱਬੂ ਤੂੰ ਵੀ ਕਮਲਾ ਹੀ ਹੈ, ਤੈਨੂੰ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਗੀਤ ਲਿਖਣ ਲਈ ਸਿਗਰਟ ਵੀ ਬਹੁਤ ਜ਼ਰੂਰੀ ਹੈ। ਤੇ ਬਸ ਫੇਰ ਕੀ ਸੀ, ਦੁਕਾਨ ਤੇ ਗਿਆ ਤੇ ਮੈਂ ਕਿਹਾ ਭਾਈ ਸਿਗਰਟ ਦਿਓ। ਜੇਬ ਮੇਰੀ 'ਚ 100 ਰੁਪਏ ਵੀ, ਬਸ ਇੰਨੇ ਕੁ ਦੀ ਆ ਜੇ ਸਹੀ। ਦਾਰੂ ਤਾਂ 300 ਦੀ ਆਉਂਦੀ ਸੀ। ਜਦ ਉਹਨੇ ਕਿਹਾ ਕਿਹੜੀ, ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਹੜੀ ਪੀਂਦੇ ਆ। ਮੈਂ ਕਿਹਾ ਕੋਈ ਦੇ ਦੇ ਯਾਰ। ਉਹਨੇ ਮੈਨੂੰ ਪਹਿਲੀ ਵਾਰ ਗੋਲਡ ਫਲੇਕ ਦਿੱਤੀ ਤੇ ਮੈਂ ਚੱਕੀ ਤੇ ਲਾਈਟਰ ਨਾਲ ਬਾਲ ਕੇ ਕਸ਼ ਖਿੱਚਿਆ ਤੇ ਛੱਡਤਾ। ਕਿਆ ਆਹ ਕਾਮ ਜਾਂ ਸੌਖਾ ਬੜਾ ਹੈ। ਫਿਰ ਕੀ ਸੀ, ਐਦਾਂ ਹੀ ਮੈਂ ਸਾਰੀ ਪੀ ਗਿਆ, ਭਰ ਮੂੰਹ ਛੱਡੀ ਗਿਆ। ਫਿਰ ਗੀਤ ਲਿਖਣ ਬੈਠਿਆ ਤਾਂ ਸੋਚਿਆ ਹੁਣ ਇਹਦੇ 'ਤੇ ਲਿਖਾਂ ਕੀ। ਕੁਝ ਹੋਇਆ ਜਾਂ ਤਾਂ ਹੀ ਐਵੇਂ ਹੀ ਧੂਏਂ 'ਚ ਉਲਟਾ ਮੁਸ਼ਕ ਲੈਂਦਾ ਆਪਣੀ ਛਾਤੀ ਨੂੰ। ਫਿਰ ਮੈਂ ਕਿਹਾ ਸ਼ਾਇਦ ਪਹਿਲੀ ਵਾਰ 'ਚ ਕੁਝ ਨਹੀਂ ਹੁੰਦਾ ਹੋਣਗਾ ਤੇ ਮੈਨੂੰ ਰੋਜ਼ ਪੀਣੀਆਂ ਪੈਣਗੀਆਂ। ਮੈਂ ਉਸ ਦਿਨ ਗੀਤ ਨਾ ਲਿਖਿਆ ਤੇ ਨੈੱਟ ਚਲਾਉਣ ਲੱਗਿਆ। ਕੁਦਰਤੀ ਮੇਰੇ ਅੱਗੇ ਇੱਕ ਸ਼ਾਇਰ ਦਾ ਬਹੁਤ ਸੋਹਣਾ ਸ਼ੇਅਰ ਆਇਆ। ਲਿਖਿਆ ਸੀ, ਅਬ ਕੇ ਬਿਛੜੇ ਤੋਂ ਸ਼ਾਇਦ ਕभी ख्वाबों में मिले, जैसे सूखे हुए फूल किताबों में मिले। ਬਾਲਾ ਬੰਬ ਲੱਗਿਆ ਮੈਨੂੰ ਸ਼ੇਰ ਤੇ ਨਾਲ ਉਹਦੀ ਫੋਟੋ ਵੀ ਸੀ। ਉਹ ਪਤੰਦਰ ਵੀ ਸਿਗਰਟ ਫੜੀ ਫੋਟੋ ਕਰਾਈ ਫਿਰਦਾ ਸੀ। ਮੈਂ ਕਿਹਾ ਹਾਂਜੀ ਆਹ ਦੇਖ ਉਸਤਾਦ ਵੀ ਲਈ ਬੈਠਿਆ, ਯਾਨੀ ਕਿ ਆਪਾਂ ਵੀ ਜੇ ਬੰਬ ਲਿਖਣਾ ਬਹੁਤ ਜ਼ਰੂਰੀ ਹੈ। ਇਹ ਅਗਲੇ ਦਿਨ ਮੈਂ ਕਾਲਜ ਗਿਆ ਤੇ ਉਹੀ ਸੁਲਫੇ ਦੀ ਫਰਮਾਇਸ਼ ਵਾਲੇ ਨੂੰ ਬੁਲਾਇਆ। ਬਾਈ ਪਹਿਲਾਂ ਮੈਂ ਦਾਰੂ ਨਹੀਂ ਸੀ ਪੀਂਦਾ ਜ਼ਿਆਦਾ, ਜਦ ਦਾਰੂ ਪੀ ਕੇ ਦਾਰੂ ਬਾਰੇ ਲਿਖਦਾ ਤਾਂ ਸਵਾਦ ਹੀ ਆ ਜਾਂਦਾ ਹੈ ਸਭ ਨੂੰ, ਤੇ ਤੂੰ ਮੈਨੂੰ ਸੁਲਫਾ ਪਿਲਾ ਦੇ ਤਾਂ ਹੀ ਸੁਲਫੇ ਬਾਰੇ ਵੀ ਮੈਂ ਲਿਖ ਸਕੂੰਗਾ। ਉਹ ਵੀ ਖੁਸ਼ ਹੋ ਗਿਆ ਸੀ। ਕਾਲਜ ਦੇ ਬਾਹਰ ਵਾਲੇ ਖੋਖੇ ਤੇ ਗਏ, 2 ਸਿਗਰਟਾਂ ਲਈਆਂ। ਉਹਨੇ ਦੱਸਿਆ ਸੁਲਫਾ ਤਾਂ ਅੱਜ ਮੇਰੇ ਕੋਲ ਹੈ ਨਹੀਂ, ਇਹ ਵੀ ਉਹਦਾ ਇੱਕ ਛੋਟਾ ਰੂਪ ਹੁੰਦੀ ਹੈ, ਇਹ ਪੀ ਲੈ ਫਿਰ ਦੇਖ ਨਜ਼ਾਰੇ। ਗੀਤਕਾਰੀ ਦੇ ਗੀਤ ਕਿੱਦਾਂ ਭੱਜੇ ਆਉਂਦੇ ਆ। ਬਸ ਫੇਰ ਕੀ ਸੀ, ਆਪਾਂ ਬਾਲੀ ਕਸ਼ ਤੇ ਖਿੱਚ ਕੇ ਛੱਡਤਾ। ਉਹਨੇ ਕਿਹਾ ਆ ਕੀ ਕਰਦਾ। ਮੈਂ ਕਿਹਾ ਕਿਉਂ ਫਿਰ। ਉਹਨੇ ਕਿਹਾ ਇਹ ਸਮਾਨ ਬਾਬੇ ਅੰਦਰ ਤੱਕ ਲੈ ਕੇ ਜਾ। ਮੈਂ ਕਿਹਾ ਕਿਹੜਾ ਸਮਾਨ। ਉਹਨੇ ਦੱਸਿਆ ਇਹ ਧੂੰਆਂ ਜਦ ਮੈਂ ਲੈ ਕੇ ਗਿਆ ਮੈਨੂੰ ਤਾਂ ਹੁੱਥੂ ਆ ਗਿਆ, ਖੰਘ ਹੀ ਨਾ ਰੁਕੇ। ਫਿਰ ਉਹਨੇ ਸਮਝਾਇਆ ਹਾਲੇ ਪਹਿਲੀ ਵਾਰ ਆ ਸ਼ੇਰਾ, ਬਾਲਾ ਜ਼ੋਰ ਨਾ ਲਾ, ਹੌਲੀ ਹੌਲੀ ਖਿੱਚ। ਫਿਰ ਜਦ ਮੈਂ ਗੱਲ ਮੰਨ ਕੇ ਕੀਤਾ ਪ੍ਰੋਸੈਸ ਸ਼ੁਰੂ, ਸਿਰ ਲੱਗ ਗਿਆ ਪ੍ਰਧਾਨ ਜੀ ਮੇਰਾ ਘੁੰਮਣ। ਮੈਂ ਅੱਧੀ ਤੋਂ ਵੀ ਘੱਟ ਪੀਤੀ ਸੀ ਤੇ ਐਦਾਂ ਲੱਗਿਆ ਜਿਵੇਂ ਮੈਂ ਬੇਹੋਸ਼ ਹੋ ਜੂੰ। ਮੈਂ ਸੁੱਟ ਕੇ ਪੈਰ ਤੇ ਮਿੱਧ ਕੇ ਸਿੱਧਾ ਕਾਲਜ ਵੱਲ ਨੂੰ ਤੁਰ ਪਿਆ। ਕਾਲਜ ਜਾ ਕੇ ਬੈਠਾ ਤਾਂ ਪਹਿਲਾਂ ਤਾਂ ਹੋਰ ਜਿਹਾ ਕੁਝ ਹੋਈ ਜਾਵੇ, ਫਿਰ ਮੈਂ ਪਾਣੀ ਨਾਲ ਮੂੰਹ ਧੋਤਾ ਤੇ ਕੰਮ ਤੇ ਚਲਾ ਗਿਆ। ਰਾਤ ਨੂੰ ਕੰਮ ਤੋਂ ਬਾਅਦ ਮੈਂ ਫੜੀ ਸਿਗਰਟ ਖੋਖੇ ਤੋਂ ਦੁਬਾਰਾ। ਕੋਈ ਨਹੀਂ ਮਿੱਤਰਾ, ਮਸ਼ਹੂਰ ਹੋਣ ਲਈ ਤਸੀਹੇ ਤਾਂ ਝੱਲਣੇ ਹੀ ਪੈਣੇ ਆ। ਬਸ ਫਿਰ ਮੈਂ ਅੱਧੀ ਕੁ ਪੀ ਕੇ ਗੀਤ ਲਿਖਿਆ। ਤੇਰੇ ਨਾਲ ਦੇਖੀਆਂ ਜੋ ਫਿਲਮਾਂ ਦੀਆਂ ਟਿਕਟਾਂ, ਦੇਖ ਰੋਇਆ ਬੜਾ ਤੇਰੇ ਨਾਲ ਪੀਤੀਆਂ ਮੈਂ ਸਿਗਰਟਾਂ। ਇਹ ਗੀਤ ਗਾ ਕੇ ਜਦ ਮੈਂ ਕਾਲਜ 'ਚ ਸੁਣਾਇਆ ਮੇਰੇ ਵਾਲੇ ਤਾਂ ਪਾਗਲ ਹੋ ਗਏ ਵੀ ਬੱਬੂ ਵਰਗਾ ਲਿਖਾਰੀ ਤਾਂ ਪੰਜਾਬ ਕੋਲ ਜਿਵੇਂ ਹੈ ਹੀ ਨਹੀਂ ਸੀ। ਜਿਹੜੇ ਨਹੀਂ ਪੀਂਦੇ ਸੀ ਉਹ ਵੀ ਰਿਕਾਰਡ ਕਰਕੇ ਲੈ ਗਏ ਤੇ ਜਿਹੜੇ ਪੀਂਦੇ ਸੀ ਉਹ ਤਾਂ ਪਾਗਲ ਹੋ ਕੇ ਸੁਣੀ ਗਏ। ਬਸ ਉਸ ਦਿਨ ਆਪਾਂ ਨੂੰ ਪਤਾ ਲੱਗਿਆ ਕਿ ਬੱਬੂ ਨਸ਼ੇ ਪੱਤੇ ਵਾਲੇ ਗਾਣੇ ਲਿਖ ਤਾਂ ਹੀ ਮਸ਼ਹੂਰ ਹੋਵਾਂਗੇ, ਤਾਂ ਹੀ ਆਪਣੇ ਗੀਤ ਆਉਣਗੇ ਤੇ ਅਮੀਰ ਵੀ ਹੋਵਾਂਗੇ ਤੇ ਚੜ੍ਹਾਈ ਵੀ ਪੂਰੀ ਹੋਊਗੀ। ਬਸ ਫਿਰ ਪਹਿਲੇ ਸਾਲ ਦਾ ਅੰਤ ਹੋ ਗਿਆ। ਫਿਰ ਦੂਜਾ ਸਾਲ ਚੜ੍ਹਨ 'ਚ 2-3 ਮਹੀਨਿਆਂ ਦੀਆਂ ਛੁੱਟੀਆਂ ਸੀ। ਮੈਂ ਆਪਣੀ ਸਾਰੀ ਤਨਖਾਹ ਦੀਆਂ ਕਿਤਾਬਾਂ ਖਰੀਦੀਆਂ, ਜਿਹੜੇ 'ਚ ਮੰਟੋ ਦੀ ਜਵਾਨੀ, ਰਜਿੰਦਰ ਬੇਦੀ, ਮੇਰਾ ਦਾਗਿਸਤਾਨ, ਅਸਲੀ ਇਨਸਾਨ ਦੀ ਕਹਾਣੀ, ਮਾਂ ਆਦਿ ਦੀਆਂ ਦੁਨੀਆਂ, ਟਾਪ ਦੀਆਂ ਕਿਤਾਬਾਂ ਲਿਖਣ ਵਾਲੇ ਚੱਕ ਲਿਆਇਆ। 2 ਮਹੀਨੇ ਸੁਣਨ ਵਾਲਾ ਕੋਈ ਨਹੀਂ ਸੀ, ਬਸ ਆਪਾਂ ਕੰਮ ਤੇ ਹੀ ਜਾਣਾ ਹੁੰਦਾ ਸੀ। ਸ਼ਾਮ ਨੂੰ ਤਾਂ ਲਿਖਿਆ ਹੀ ਨਹੀਂ ਵਾਲਾ ਕਦੇ। ਮੈਂ ਲਿਖਿਆ ਹੀ ਉਦੋਂ ਸੀ ਜਦੋਂ ਮੈਨੂੰ ਕੋਈ ਸੁਣਨ ਵਾਲਾ ਉਡੀਕ ਰਿਹਾ ਹੁੰਦਾ ਸੀ। ਫੇਰ ਕੀ ਸੀ, ਕਿਤਾਬਾਂ ਪੜ੍ਹੀ ਗਿਆ, ਜਿਹੜੀ ਕਿਤਾਬ ਖੋਲ੍ਹਾਂ ਲਿਖਣ ਵਾਲਾ ਸਿਗਰਟਾਂ ਵੀ ਪੀਵੇ, ਦਾਰੂ ਵੀ, ਤੇ ਲਿਖਤਾਂ ਇੰਨੀਆਂ ਕਮਾਲ ਦੀਆਂ ਕਿ ਲੱਗੇ ਇਹ ਮੁੱਦੇ ਨੂੰ ਤਾਂ ਕਿਸੇ ਨੇ ਕਦੇ ਛੇੜਿਆ ਹੀ ਨਹੀਂ। ਮੰਟੋ ਦੀ ਲਿਖਣੀ 'ਚ ਇੰਨਾ ਨੰਗਾ ਸੱਚ ਮੈਨੂੰ ਜਾਇਆ ਕਰੇ ਪੜ੍ਹ ਕੇ, ਤੇ ਇਹ ਇੰਨਾ ਸਿੱਧੇ ਤੌਰ 'ਤੇ ਨੰਗੇ ਲਫ਼ਜ਼ ਕਿਵੇਂ ਇਸਤੇਮਾਲ ਕਰ ਲੈਂਦਾ, ਇੰਨਾ ਬੇਬਾਕ ਕਿਵੇਂ ਸੀ ਕਿ ਮੈਂ ਆਪਣੇ ਗਾਣਿਆਂ 'ਚ ਹੁਣ ਨੰਗੇ ਲਫ਼ਜ਼ ਇਸਤੇਮਾਲ ਕਰਨੇ ਚਾਹੁੰਦਾ ਸੀ। ਪਰ ਜਦ ਦੁਨੀਆ ਦੀ ਸਭ ਤੋਂ ਮਸ਼ਹੂਰ ਕਿਤਾਬ ਮੇਰਾ ਦਾਗਿਸਤਾਨ ਦਾ ਦੂਜਾ ਭਾਗ ਹਲੇ ਮੈਂ ਸ਼ੁਰੂ ਹੀ ਕੀਤਾ, ਪਹਿਲੇ ਹੀ ਪੰਨੇ 'ਤੇ ਲਿਖਿਆ ਸੀ, ਮੇਰੇ ਟੇਬਲ 'ਤੇ ਸਿਗਰਟ ਤੇ ਸ਼ਰਾਬ ਪਈ ਹੈ, ਹੁਣ ਮੈਂ ਲਿਖ ਸਕਦਾ। ਬਸ ਫਿਰ ਮੈਨੂੰ ਲੱਗਿਆ ਅੱਛਾ ਇਹ ਕਿਤਾਬ ਤਾਂ ਮਸ਼ਹੂਰ ਆ। ਸਾਲਾ 2-3 ਮਹੀਨੇ ਪੀ ਗਿਆ ਹੂੰ, ਦਾਰੂ ਨਾਲ ਕਸ਼ ਖਿੱਚੀ ਗਿਆ ਹੂੰ ਤੇ ਕਿਤਾਬਾਂ ਪੜ੍ਹੀ ਗਿਆ। ਸ਼ਾਇਦ ਉਸ ਟਾਈਮ ਘੱਟੋ ਘੱਟ ਮੈਂ 50 ਕਿਤਾਬਾਂ ਪੜ੍ਹ ਦਿੱਤੀਆਂ। ਪੜ੍ਹਨ ਦੀ ਸਪੀਡ ਵੀ ਆਪਣੀ ਬਣ ਗਈ ਸੀ। ਹੁਣ ਕਿਤਾਬਾਂ ਨਾਲੋਂ ਜ਼ਿਆਦਾ ਚਾਹ ਨਸ਼ੇ ਦਾ ਹੋਣ ਲੱਗਿਆ। ਫਿਰ ਮੈਂ ਸੋਚਿਆ ਇਹ ਲਿਖਣ ਵਾਲੇ ਤਾਂ ਸਿਰਫ 2-3 ਤਰ੍ਹਾਂ ਦੇ ਹੀ ਨਸ਼ੇ ਕਰਦੇ ਸੀ ਤਾਂ ਇੰਨੇ ਮਸ਼ਹੂਰ ਹੋ ਗਏ। ਇੰਨੀਆਂ ਵਧੀਆ ਲਿਖਤਾਂ ਤਾਂ ਕਿਉਂ ਨਾ ਆਪਾਂ ਹੋਰ ਤਰ੍ਹਾਂ ਦਾ ਨਸ਼ਾ ਵੀ ਕਰਕੇ ਵੇਖੀਏ, ਉਹਦੇ 'ਤੇ ਲਿਖੀਏ। ਬਸ ਫਿਰ ਇਹ ਗੱਲ ਸੀ ਮਨ 'ਚ। ਹੁਣ ਸ਼ਾਇਦ ਲਿਖਣ ਨਾਲੋਂ ਵੀ ਵੱਧ ਚਾਹ ਮੈਨੂੰ ਨਸ਼ੇ ਦਾ ਹੋਣ ਲੱਗ ਪਿਆ। ਕਾਲਜ ਲੱਗੇ ਤਾਂ ਮੈਂ ਜਾਇਆ ਕਰਾਂ ਰੋਜ਼ ਯਾਰ। ਹਾਲੇ ਆਉਣ ਹੀ ਨਹੀਂ ਸੀ ਲੱਗਾ ਕਿ ਹਾਂ ਇੱਕ ਮੁੰਡਾ ਮਿਲਿਆ, ਬਹੁਤ ਘੈਂਟ ਵੈਲੀ ਸੀ ਪੂਰਾ।
ਗੱਲਾਂ ਬਹੁਤ ਘੈਂਟ ਸੁਣਾਉਂਦਾ ਸੀ, ਸੋਹਣਾ ਸੁਨੱਖਾ ਵੀ ਸੀ ਪਤੰਦਰ ਰੱਜ ਕੇ। ਅਸੀਂ ਗੱਲਾਂ ਜਈਆਂ ਮਾਰਨ ਲੱਗੇ ਤਾਂ ਉਹਨੇ ਕਿਹਾ ਬਾਈ ਪੀ ਲੈਣਾ। ਮੈਂ ਕਿਹਾ ਹਾਂਜੀ, ਤੇ ਉਹ ਕਹਿੰਦਾ ਚਲੋ ਫਿਰ ਅੱਜ ਪੀ ਕੇ ਗੱਲਾਂ ਮਾਰਦੇ ਆਂ। ਮੈਂ ਮੰਨ ਗਿਆ। ਸਿਖਰ ਦੁਪਹਿਰੇ ਰੋਜ਼ ਗਾਰਡਨ 'ਚ ਇੱਕ ਸੰਘਣੇ ਰੁੱਖ ਥੱਲੇ ਬੋਤਲ ਲੈ ਕੇ ਬਹਿ ਕੇ, ਜਿਹਦੀ ਛਾਂ ਬਹੁਤ ਠੰਡੀ ਤੇ ਮਿੱਠੀ ਸੀ, ਇੱਕ ਪੈਗ ਲਾ ਕੇ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਆਪਣੀ ਮਹਿਬੂਬ ਦੀਆਂ ਬਾਹਾਂ ਵਿੱਚ ਆ ਗਿਆ ਹੋਵਾਂ। ਬੋਤਲ ਲੈ ਕੇ ਬਹਿ ਗਏ। ਉਹਨੇ ਆਪਣੇ ਖਰਚੇ ਤੇ ਹੀ ਲਿਆਂਦੀ ਸੀ। ਪਹਿਲਾਂ ਅਸੀਂ ਪੀਤੀ, ਫਿਰ ਉਹਨੇ ਜੇਬ 'ਚੋਂ ਕੋਈ ਪੂੜੀ ਜੀ ਕੱਢ ਕੇ ਉਹਦੇ 'ਚ ਕੱਢਿਆ ਤੇ ਬੁੱਲਾਂ ਹੇਠ ਫਸਾ ਲਿਆ। ਮੈਂ ਉਹਨੂੰ ਕਿਹਾ ਬਾਈ ਇਹ ਤਾਂ ਭਈਏ ਕਰਦੇ ਆ। ਕਹਿੰਦਾ ਇਹ ਨਸ਼ਾ ਕਿਸੇ ਦੇ ਮਿੱਥੇ ਥੋੜੀ ਹੈ ਵੀ ਇਹ ਪੰਜਾਬੀ ਕਰੂ ਇਹ ਭਈਆ, ਬਸ ਕਰੋ ਜੋ ਮਿਲਦਾ ਹੈ। ਕਿਉਂਕਿ ਜਿਹੜਾ ਦਾਰੂ ਪੀਂਦਾ ਉਹ ਨਸ਼ੇੜੀ ਹੈ, ਤੇ ਨਸ਼ੇੜੀ ਹੀ ਬਣ ਗਏ ਤਾਂ ਕੀ ਸੋਚਣਾ ਕਿ ਕੀ ਕਰਨਾ ਕੀ ਨਹੀਂ, ਕੀ ਚੰਗਾ ਤੇ ਕੀ ਮਾੜਾ। ਇਹ ਵੀ ਨਸ਼ੇ 'ਚ ਚੰਗਾ ਮਾੜਾ ਚੱਲਦਾ ਹੈ। ਮੈਨੂੰ ਵੀ ਇਸ ਗੱਲ 'ਚ ਕਾਫੀ ਤਰਕ ਲੱਗਿਆ ਵੀ ਹਾਂ ਨਸ਼ੇ 'ਚ ਕੀ ਚੰਗਾ ਤੇ ਕੀ ਮਾੜਾ। ਫਿਰ ਮੈਂ ਉਹਨੂੰ ਕਿਹਾ ਲਿਆ ਬਾਈ ਲਵਾ, ਫਿਰ ਇਹ ਕੀ ਹੈ ਆਪਾਂ ਵੀ ਲਾਈਏ। ਉਹਨੇ ਦੱਸਿਆ ਕਿ ਇਹਨੂੰ ਕੂਲ ਲਿਪ ਕਹਿੰਦੇ ਆ। ਆਹ ਸਾਲੀ ਨਸ਼ਿਆਂ ਇਨੋ ਵੀ ਆ। ਇਨੋ 6 ਸੈਕਿੰਡ 'ਚ ਕੰਮ ਕਰਦਾ ਹੈ। ਉਦੋਂ ਇਹ ਵੀ ਲਾਉਣਸਾਰ ਦੱਸ ਦਿੰਦਾ ਹੈ ਕਿ ਕਹਿ ਦਿਖਾ ਤਾਂ ਸ਼ੈ ਕੀ ਆ। ਜਦ ਲਾਈ ਸੱਚੀ ਧਰਮ ਨਾਲ ਰੱਬ ਜਾਣਦਾ ਇੰਨਾ ਝੂਟਾ ਨਾ ਦਾਰੂ ਪੀ ਕੇ ਕਦੇ ਆਇਆ ਸੀ ਤੇ ਨਾ ਹੀ ਸਿਗਰਟ ਲਾਉਂਦੇ ਸਾਰ ਹੀ ਬੀਪੀ ਜਿਹਾ ਡਾਊਨ ਕਰਤਾ। ਪਰ ਕੁਝ ਅਲੱਗ ਹੀ ਸੀ ਇਹਦੇ 'ਚ। ਮੈਨੂੰ ਖੁਸ਼ੀ ਜੀ ਹੋਈ ਜਿਵੇਂ ਮੇਰੇ ਬੁੱਲ ਖੁੱਲੇ ਤਾਂ ਚਲੋ ਵੀ ਆਪਾਂ ਤਾਂ ਵਧੀਆ ਸੀ, ਆਪਾਂ ਨੂੰ ਤੀਜਾ ਨਸ਼ਾ ਮਿਲ ਗਿਆ। ਬਸ ਫੇਰ ਕੀ ਸੀ, ਬਾਅਦ 'ਚ ਪਤਾ ਲੱਗਿਆ ਕਿ ਮੇਰੇ ਕੰਮ ਤੇ ਵੀ ਸਾਰੇ ਹੀ ਕੂਲ ਲਿਪ ਲਾਉਂਦੇ ਆ। ਉਹ ਬਸ ਮੈਥੋਂ ਸੰਗਦੇ ਕੱਢਦੇ ਨਹੀਂ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਵੀ ਲਾਉਂਦਾ ਤਾਂ ਮਾਹੌਲ ਹੋਰ ਵੀ ਖੁਸ਼ੀਆਂ ਖੇੜਿਆਂ ਭਰਿਆ ਹੋ ਗਿਆ। ਸਾਰੇ ਹੱਸੀ ਜਾਇਆ ਕਰੀਏ ਤੇ ਬੁੱਲ ਕਿਸੇ ਦੇ ਖੁੱਲਿਆ ਨਾ ਕਰਨ, ਲੋਰ ਜਿਹੀ 'ਚ ਕੰਮ ਕਰੀ ਜਾਇਆ ਕਰੀਏ। ਦਾਰੂ ਲੈਣ ਲਈ ਵੀ ਪੈਸੇ ਬਹੁਤੇ ਲੱਗਦੇ ਸੀ ਤੇ ਸਿਗਰਟ ਦੀ ਸਮੈਲ ਆ ਜਾਂਦੀ ਸੀ। ਸਾਨੂੰ ਇਹ ਚੀਜ਼ ਜਚੀ ਸਾਲੀ, ਇੱਕ ਤਾਂ 10 ਰੁਪਏ ਦੀ, ਦੂਜੋਂ ਕੋਈ ਸਮੈਲ ਨਹੀਂ ਤੇ ਕੋਈ ਪੰਗਾ ਨਹੀਂ ਕਿ ਕੂਲੀ ਪਿਲਾਉਣ ਵਾਲਾ ਤੁਹਾਨੂੰ ਮੂੰਹ ਦੇਖਦੇ ਸਾਰ ਪਹਿਚਾਣ ਸਕੇ। ਫਿਰ ਗੀਤ ਗੂਤ ਕਿੱਧਰੇ ਰਹਿ ਗਏ। ਨਸ਼ਿਆਂ ਦਾ ਸਵਾਦ ਹੀ ਵੱਖਰਾ ਸੀ। ਮਸ਼ਹੂਰ ਹੋਣ ਦਾ ਕੋਈ ਸੁਪਨਾ ਹੀ ਨਹੀਂ ਰਿਹਾ। ਇੱਕ ਦਿਨ ਉਹੀ ਮੇਰਾ ਯਾਰ ਜਿਹਨੇ ਮੈਨੂੰ ਕੂਲੀ ਪਿਲਵਾਈ ਸੀ ਪਹਿਲੀ ਵਾਰ, ਇੱਕ ਨਵੀਂ ਚੀਜ਼ ਲਿਆਇਆ ਜਿਹਨੇ ਮੇਰੀ ਜ਼ਿੰਦਗੀ 'ਚ ਤਬਾਹੀ ਲੈ ਕੇ ਆਂਦੀ। ਕੁਝ ਚਿੱਟਾ ਜਿਹਾ ਪਾਊਡਰ ਸੀ। ਉਹਨੇ ਪੰਨੀ ਤੇ ਰੱਖਿਆ, ਲਾਈਟਰ ਥੱਲਿਓਂ ਅੱਗ ਬਾਲ ਕੇ ਉਹਨੇ ਚਿੱਟੇ ਤੋਂ ਭੂਰਾ ਹੋ ਗਿਆ ਤੇ ਫਿਰ ਡੱਟ ਕੇ ਪਾਣੀ ਨਾਲ ਉਹਨੇ ਪੰਨੀ ਭੂਰੇ ਜਿਹੇ ਤੇ ਲੈ ਕੇ ਪੰਨੀ ਐਂਡ ਤੱਕ ਅੰਗੂਠਾ ਸਿੱਧਾ ਖਿੱਚਿਆ ਤੇ ਥੱਲੇ ਲਾਈਟਰ ਦੀ ਅੱਗ ਬਾਲੀ। ਫਿਰ ਉਹਨੇ ਇੱਕ ਨੋਟ ਦੀ ਪਾਈਪ ਜਿਹੀ ਦੀ ਮਦਦ ਨਾਲ ਉਹਨੂੰ ਖਿੱਚ ਲਿਆ। ਕੁਝ ਦੇਰ ਲੰਘਾਉਣ ਤੋਂ ਬਾਅਦ ਮੂੰਹ ਬੰਦ ਹੀ ਰੱਖਿਆ। ਹੌਲੀ ਹੌਲੀ ਸਾਹ ਕੱਢਿਆ, ਫਿਰ ਬਾਹਰ। ਮੈਂ ਸਭ ਦੇਖ ਕੇ ਹੈਰਾਨ ਸੀ ਕਿ ਇਹ ਕਰ ਕੀ ਰਿਹਾ ਹੈ। ਫਿਰ ਮੈਂ ਉਹਨੂੰ ਪੁੱਛਿਆ ਕਿ ਆ ਕੀ ਹੈ। ਉਹਨੇ ਕਿਹਾ ਬਾਕੀ ਸਭ ਤਾਂ ਫੁੱਦੂ ਨਸ਼ੇ ਹੁੰਦੇ ਆ, ਇਹਨੂੰ ਕਹਿੰਦੇ ਆ ਅਸਲੀ ਸਮਾਨ। ਮੈਂ ਕਿਹਾ ਨਾਮ ਕੀ ਹੈ ਇਹਦਾ? ਉਹਨੇ ਕਿਹਾ ਚਿੱਟਾ। ਮੈਂ ਕਿਹਾ ਇਹਦੇ ਨਾਲ ਤਾਂ ਬੰਦਾ ਮਰ ਜਾਂਦਾ, ਤੂੰ ਨਾ ਲਾਇਆ ਕਰੇ ਕੁਝ। ਉਹ ਕਹਿੰਦਾ ਲੋਕ ਤਾਂ ਕਹਿੰਦੇ ਆ ਦਾਰੂ ਨਾਲ ਵੀ ਮਰ ਜਾਂਦਾ, ਸਿਗਰਟ ਨਾਲ ਵੀ ਕੈਂਸਰ ਹੋ ਜਾਂਦਾ ਤੇ ਕੂਲ ਲਿਪ ਵਾਲੇ ਤਾਂ ਲਿਫਾਫੇ ਤੇ ਹੀ ਹੇਠਾਂ ਲਿਖੀ ਬੈਠੇ ਹੁੰਦੇ ਆ ਐਡਾ ਮੂੰਹ ਕਿ ਨਾ ਲਾਓ, ਮਰਿਆ ਤਾਂ ਮੈਂ ਫੇਰ ਵੀ ਨਹੀਂ ਤੇ ਹੁਣ ਕਿੱਦਾਂ ਮਰ ਜੂੰ। ਮੈਂ ਕਿਹਾ ਨਾ ਬਾਬਾ ਆਪਾਂ ਨਹੀਂ ਲਾਉਂਦੇ। ਉਹਨੇ ਫਿਰ ਉਸੇ ਦਿਨ ਵਾਲਾ ਤਰਕ ਦਿੱਤਾ ਕਿ ਨਸ਼ੇ 'ਚ ਕੁਝ ਚੰਗਾ ਮਾੜਾ ਨਹੀਂ ਹੁੰਦਾ। ਫਿਰ ਮੈਨੂੰ ਯਾਦ ਆਇਆ ਕਿ ਹਾਂ ਇਹ ਤਾਂ ਮੈਂ ਭੁੱਲ ਹੀ ਗਿਆ ਸੀ ਤੇ ਮੈਂ ਵੀ ਸਮਾਨ ਲਾ ਲਿਆ, ਪਰ ਹੋਇਆ ਕੁਝ ਵੀ ਨਹੀਂ। ਕੋਈ ਲੋਰ ਕੋਈ ਝੂਟਾ ਨਹੀਂ, ਬਸ ਐਦਾਂ ਲੱਗਿਆ ਜਿਵੇਂ ਸਿਰ ਹਲਕਾ ਹਲਕਾ ਜਿਹਾ ਹੋ ਗਿਆ ਹੋਵੇ ਤੇ ਬੋਲਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ। ਰਗਾਂ ਵੀ ਬੈਠੀਆਂ ਰਹਿਣ, ਗਲੇ ਨੂੰ ਵੀ ਸਵਾਦ ਆਵੇ। ਫਿਰ ਰੋਜ਼ ਹੀ ਪਤਾ ਨਹੀਂ ਉਹ ਕਿੱਥੋਂ ਲਿਆਇਆ ਕਰੇ, ਅਸੀਂ ਲਾ ਕੇ ਸਵੇਰੇ ਕਾਲਜ ਨੂੰ ਜਾਇਆ ਕਰੀਏ। ਕਿਸੇ ਨੂੰ ਬੁਲਾਈਏ ਨਾ ਬਾਲਾ, ਬਸ ਨਰਕ ਖੁਰਕੀ ਜਾਇਆ ਕਰੀਏ। ਬੁੱਲਾਂ ਹੇਠਾਂ ਕੋਲ ਲਿਪ ਲੱਗੀ ਹੁੰਦੀ ਸੀ। ਅੱਜ ਕੱਲ੍ਹ ਯਾਰ ਹੋਣੀ ਕੋਈ ਗੀਤ ਨਹੀਂ ਸਨ ਲਿਖ ਰਹੇ ਤੇ ਨਾ ਹੀ ਗਾਉਂਦੇ ਸੀ। ਦਿਲ ਹੀ ਨਹੀਂ ਸੀ ਕਰਦਾ। ਬਸ ਸਾਰਾ ਦਿਨ ਐਦਾਂ ਹੁੰਦਾ ਕਿ ਸਮਾਨ ਦਾ ਹੱਲ ਹੋ ਜੇ ਸਭ ਤੋਂ ਵਧੀਆ। ਮੈਨੂੰ ਐਦਾਂ ਲੱਗਦਾ ਉਹਨੂੰ ਹੀ ਮੈਂ ਆਪਣਾ ਪੱਕਾ ਯਾਰ ਸਮਝਦਾ ਸੀ, ਕਿਉਂਕਿ ਉਹ ਮੈਨੂੰ ਰੋਜ਼ ਸਮਾਨ ਲਵਾਉਂਦਾ ਸੀ। ਪਰ ਕਿਹਨੂੰ ਪਤਾ ਸੀ ਕਿ ਮੈਂ ਵੀ ਐਦਾਂ ਦੋਨੋਂ ਹੀ ਭੁਲੇਖੇ 'ਚ ਸੀ ਕਿ ਇਹਦੇ ਨਾਲ ਸਾਨੂੰ ਸਵਾਦ ਤਾਂ ਆ ਰਿਹਾ ਪਰ ਸਾਡੀ ਕੋਈ ਗੱਲ ਗੋਲ ਨਹੀਂ ਰਿਹਾ। ਹੁਣ ਤਾਂ ਮੈਨੂੰ ਘਰਦਿਆਂ ਦਾ ਖਿਆਲ ਵੀ ਨਾ ਆਉਂਦਾ ਤੇ ਉਹਨਾਂ ਦੀ ਗਰੀਬੀ ਤੇ ਤਰਸ। ਬਸ ਸਮਾਨ ਹੀ ਸਭ ਕੁਝ ਸੀ। ਉਹ ਸੀ ਜਿਹੜਾ ਸਮਾਨ ਲਵਾ ਦੇਵੇ। ਜਦੋਂ ਸਮਾਨ ਨਹੀਂ ਸੀ ਹੁੰਦਾ, ਕਿਤੋਂ ਡੋਡਿਆਂ ਜਾਂ ਫੀਮ ਦਾ ਹੱਲ ਹੋ ਜਾਂਦਾ ਸੀ ਤੇ ਕੂਲ ਲਿਪ ਜੋਗੇ ਪੈਸੇ ਕਿੱਧਰੋਂ ਉਧਾਰ ਫੜ ਲੈਣੇ। ਬਸ ਐਦਾਂ ਹੁੰਦਾ ਵੀ ਸਿਰ ਹੋ ਰਿਹਾ ਜ਼ਿੰਦਗੀ 'ਚ। ਭੰਗੜੇ ਵਾਲੇ ਆਏ ਲੈਣ ਵੀ ਆ ਜਾ, ਇਸ ਵਾਰ ਬੋਲੀਆਂ ਤੂੰ ਹੀ ਪਾਉਣੀਆਂ ਨੇ। ਮੈਂ ਉਹਨਾਂ ਨੂੰ ਵੀ ਨਾ ਕਹਿ ਕੇ ਤੋਰਤਾ ਕਿ ਉਸਤਾਦ ਹੋਣੀ ਹੁਣ ਫਕੀਰ ਨੇ, ਆਪਣੇ ਹਿਸਾਬ ਨਾਲ ਜ਼ਿੰਦਗੀ ਬਤੀਤ ਕਰਨਗੇ। ਇੱਕ ਸਾਲਾ ਦਿਨ ਸਾਡੇ ਦੋਹਾਂ ਦੇ ਬੈਠੇ ਬੈਠੇ ਮਨ 'ਚ ਸਕੀਮ ਆਈ ਵੀ ਕਾਲਜ ਦੇ ਪ੍ਰਧਾਨ ਨਾ ਬਣ ਜਾਈਏ, ਕਿਉਂਕਿ ਆਪਣੇ ਮੂਹਰੇ ਕਿਹੜਾ ਕਿਸੇ ਨੇ ਖੜਨਾ। ਸਭ ਨੂੰ ਪਤਾ ਸੀ ਸਮਾਨ ਵਾਲੇ ਨੇ ਕੋਈ ਦਾਅ ਦੂ ਮਾਰਨਗੇ ਤੇ ਇਹਨਾਂ ਦਾ ਕੀ ਪਤਾ, ਪਾਗਲ ਸੀ ਦਿਮਾਗ ਤੋਂ। ਉਹਨੇ ਜਾ ਕੇ ਆਰਡਰ ਦਿੱਤਾ ਤੇ ਪ੍ਰੈਸ ਤੇ 1000 ਪੋਸਟਰਾਂ ਦਾ। ਮੈਨੂੰ ਹੋਸਟਲ ਦਾ ਪ੍ਰਧਾਨ ਬਣਾਇਆ ਤੇ ਆਪ ਉਹ ਕਾਲਜ ਦਾ ਪ੍ਰਧਾਨ ਬਣ ਗਿਆ। ਹੋਸਟਲ ਵਿੱਚ ਇੱਕ ਕਮਰਾ ਖੁਲਵਾ ਲਿਆ। ਜ਼ੋਰ ਨਾਲ ਹੀ ਸਾਡੇ ਸਾਰੇ ਡਰਦੇ ਸੀ ਕਿ ਇੱਜ਼ਤ ਕਰਦੇ ਸੀ ਇਹ ਪਤਾ ਨਹੀਂ, ਪਰ ਨਾਲ ਖੜਦੇ ਸੀ ਕਾਲਜ ਦੇ ਮੁੰਡੇ। ਉਹਨਾਂ ਸਾਨੂੰ ਇੱਕ ਦਿਨ ਮਿੱਥ ਕੇ ਇੱਕ ਪਿਛਲੇ ਪ੍ਰਧਾਨ ਨੇ, ਇੱਕ MLA ਨੇ ਹਾਰ ਪਵਾਤਾ ਪ੍ਰਧਾਨਗੀ ਦਾ।
ਮੇਰੇ ਮਨ 'ਚ ਆਹੀ ਆਈ ਜਾਵੇ ਵੀ ਸਾਲਾ ਬਾਪੂ ਉਹੀ ਸਾਰੀ ਉਮਰ ਮਿਹਨਤ ਕਰੀ ਗਿਆ, ਮਾਂ ਤਾਂ ਉਹੀ ਚੰਗੇ ਜਿਹੇ ਲੈਕਚਰ ਦਈ ਗਈ, ਐਵੇਂ ਹੀ ਇੰਨੀਆਂ ਕਿਤਾਬਾਂ ਪੜ੍ਹੀਆਂ ਕਮਲਿਆਂ ਵਾਂਗੂ, ਲਿਖੀ ਗਏ ਸੰਗ ਪਾੜੀ ਗਏ। ਆਹ ਲੋਟਾ ਕੰਮ ਆਪਣਾ ਦਬਦਬਾ ਬਣਾ ਕੇ ਪਾਵਰ 'ਚ ਆ ਜਾਓ, ਫਿਰ ਗਾਣ ਵਾਲੇ ਵੀ ਥੱਲੇ, ਲਿਖਣ ਵਾਲੇ ਵੀ, ਤੇ ਪੈਸਾ ਕੋਲ, ਮਸ਼ਹੂਰੀ ਕੋਲ। ਇਹ ਨੇਤਾਗਿਰੀ ਜਿਹੀ ਬੜੀ ਰਾਸ ਆ ਰਹੀ ਸੀ। ਸਾਲਾ ਇਹ ਨਸ਼ਾ ਤਾਂ ਚਿੱਟੇ ਨਾਲੋਂ ਵੀ ਵੱਧ ਸਵਾਦ ਦੇ ਰਿਹਾ ਸੀ। ਜਿਵੇਂ ਇੱਕ ਗੀਤ ਸੀ, ਐਬ ਤਾਂ ਇੱਕ ਮਾੜਾ, ਤੂੰ ਤਾਂ ਦੋ ਦੋ ਲਾਈ ਫਿਰਦਾ। ਉੱਦਾਂ ਹੀ ਸਾਲਾ ਜ਼ਿੰਦਗੀ ਨੂੰ ਕਾਲਾ ਚਿੱਟਾ ਕਾਹਨੂੰ ਹਟਦਾ ਸੀ, ਪਰ ਉੱਪਰੋਂ ਪ੍ਰਧਾਨ ਕਾਹਦਾ ਬਣ ਗਏ, ਬਦਮਾਸ਼ੀ 'ਚ ਰਿਹਾ ਕਰੀਏ ਫੋਕੀ ਹੀ ਕਿ ਲੋਕੀ ਸਾਡੇ ਤੋਂ ਡਰਦੇ ਨੇ ਵੀ ਸਾਲਿਓ ਲੋਕੀ ਕਾਲਜ ਪੜ੍ਹਨ ਆਉਂਦੇ ਨੇ, ਆਪਣੇ ਲੈਕਚਰ ਲਾ ਕੇ ਮੁੜ ਜਾਂਦੇ ਨੇ, ਪਰ ਸਾਨੂੰ ਤਾਂ ਇਦਾਂ ਲੱਗਿਆ ਕਰੇ ਕਿ ਅਸੀਂ ਕਾਲਜ ਇੱਕ ਪ੍ਰਿੰਸੀਪਲ ਬਣ ਗਈ, ਜਾਂ ਤਾਂ ਪ੍ਰਿੰਸੀਪਲ ਕਾਲਜ ਚਲਾ ਰਿਹਾ ਜਾਂ ਅਸੀਂ। ਬਸ ਉਹੀ ਹਰੇਕ ਨੂੰ ਭਾਰੀ ਜੀ ਆਵਾਜ਼ 'ਚ ਘੂਰੀ ਜਾਇਆ ਕਰਨਾ, 10-15 ਮੁੰਡੇ ਨਾਲ ਰਲਾ ਕੇ ਗੇੜਾ ਦਿੰਦੇ ਰਹਿਣਾ। ਆਪਣੇ ਆਪ ਨੂੰ ਇੱਦਾਂ ਲੱਗਦਾ ਸੀ ਕਿ ਬਸ ਹੁਣ ਇਸ ਤੋਂ ਬਾਅਦ ਅਸੀਂ ਸਿੱਧਾ MLA ਹੀ ਬਣਾਂਗੇ। ਪਰ ਹੋਇਆ ਇਸ ਤੋਂ ਉਲਟ। ਇੱਕ ਦਿਨ ਕਿਸੇ ਨੇ ਐਦੇ ਨੂੰ ਫੜਿਆ ਸਮਾਨ ਲਾਉਂਦੇ ਨੂੰ, ਤੇ ਕੁੱਟ-ਕੁੱਟ ਕੇ ਪੁਲਿਸ 'ਚ ਦੇਤਾ, ਤੇ ਮੈਂ ਘਰੇ ਭੱਜ ਗਿਆ ਵੀ ਆਹ ਕੀ ਸਿਆਪਾ ਪੈ ਗਿਆ। ਅੱਜ ਲਈ ਇੰਨਾ ਹੀ, ਮਿਲਦੇ ਹਾਂ ਅਗਲੇ ਭਾਗ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ।